गुड मॉर्निंग स्टूडेंट्स। बेटा अज आप क्लास 10th का लैसन नंबर 4 करन जा रहे हैं, कार्बन एंड इट्स कंपाउंड, कार्बन अते इसके यौगिक। तो आप देखते पे हैं कि इस लैसन दे विच तुसी पढ़ोगे कार्बन के बारे, कार्बन की प्रॉपर्टीज़ हैगियां ने, कार्बन किस तरह के यौगिक बनाता आ, ये सारी डिटेल आप इस लैसन दे विच पढ़ांगे। तो कार्बन जिहड़ा हैगा है ਉਹਦਾ ਸਿੰਬਲ ਤੁਸੀਂ ਇਸ ਤੋਂ ਪਹਿਲੇ ਤੱਤਾਂ ਦਾ ਆਵਰਤੀ ਵਰਗੀਕਰਨ ਲੈਸਨ 'ਚ ਪੜ੍ਹ ਚੁੱਕੇ ਆ ਕਿ ਕਾਰਬਨ ਦਾ ਸਿੰਬਲ ਕੀ ਹੈਗਾ ਹੈ, ਕੈਪੀਟਲ C ਹੈਗਾ ਹੈ। ਠੀਕ ਹੈ ਬੇਟਾ। ਹੁਣ ਇਹਦਾ ਐਟੋਮਿਕ ਨੰਬਰ ਜਿਹੜਾ ਹੈਗਾ ਉਹ ਹੈਗਾ ਆ 6, ਐਟੋਮਿਕ ਮਾਸ ਇਹਦਾ ਹੈਗਾ ਆ 12। ਤੇ ਆਪਾਂ ਹਮੇਸ਼ਾ ਹੀ ਐਟੋਮਿਕ ਨੰਬਰ ਨੂੰ ਥੱਲੇ ਲਿਖਣਾ ਹੁੰਦਾ ਹੈ ਤੇ ਐਟੋਮਿਕ ਮਾਸ ਨੂੰ ਆਪਾਂ ਉੱਪਰ ਲਿਖਦੇ ਆ। ਐਟੋਮਿਕ ਮਾਸ 6 ਦਾ ਤੁਸੀਂ ਡਬਲ ਕਰ ਦਿਓ ਤੇ 12 ਆ ਜਾਏਗਾ। ਇਹ ਹੋ ਗਿਆ ਇਹਦਾ ਐਟੋਮਿਕ ਮਾਸ। कार्बन का एटॉमिक नंबर हैगा या 6 ते एटॉमिक मास कितना हो गया है अपने को 12। ठीक है बेटा। जे आप इहदा एक रफ जिहा डायग्राम बनाने आ ते रफ जिहा डायग्राम बनाने ते सेंटर दे विच तुसीं की बनाने, एटम दे स्ट्रक्चर च सेंटर च की हुंदा आ, न्यूक्लियस। उहदे सराउंड न्यूक्लियस दे अराउंड ਜਿਹੜੀਆਂ ਸ਼ੈਲਸ ਹੁੰਦੀਆਂ ਨੇ ਉਹਦੇ 'ਚ ਇਲੈਕਟ੍ਰੋਨਸ ਪਾਏ ਜਾਂਦੇ ਨੇ। ਤੇ ਸੈਂਟਰ 'ਚ ਜਿਹੜਾ ਨਿਊਕਲੀਅਸ ਹੈਗਾ ਏ ਇਹਦੇ ਵਿੱਚ ਕੀ ਹੁੰਦੇ ਨੇ ਬੇਟਾ, ਪ੍ਰੋਟੋਨਸ ਤੇ ਪਲੱਸ ਨਿਊਟਰੋਨਸ। ਇਲੈਕਟ੍ਰੋਨਸ ਜਿਹੜੇ ਹੈਗੇ ਨੇ ਉਹ ਸ਼ੈਲਸ ਦੇ ਵਿੱਚ ਰਿਵੋਲਵ ਕਰਦੇ ਨੇ। ਠੀਕ ਹੈ ਬੇਟਾ। ਤੇ ਹੁਣ ਆਪਾਂ ਇਹ ਕਾਰਬਨ ਦਾ ਸਟਰਕਚਰ ਬਣਾਇਆ ਹੈ ਕਿ ਇਹ ਪਹਿਲੀ ਸ਼ੈਲ ਜਿਹੜੀ ਅੰਦਰਲੀ ਸ਼ੈਲ ਹੁੰਦੀ ਉਹਨੂੰ ਆਪਾਂ ਕਹਿੰਦੇ ਆ ਕੇ ਸ਼ੈਲ, ਉਸ ਤੋਂ ਬਾਹਰ ਵਾਲੀ ਸ਼ੈਲ ਨੂੰ ਆਪਾਂ ਕੀ ਕਹਿੰਦੇ ਹੈਗੇ ਆ, ਐਲ ਸ਼ੈਲ ਕਹਿੰਦੇ ਆ। ਤੁਸੀਂ ਦੇਖਦੇ ਪਏ ਆ ਕਿ ਇੱਥੇ ਐਟੋਮਿਕ ਨੰਬਰ ਜਿਹੜਾ ਹੈਗਾ ਆ 6 ਹੈਗਾ ਹੈ ਤੇ ਇਹਦੀ ਇਲੈਕਟ੍ਰੋਨਿਕ ਤਰਤੀਬ ਕੀ ਹੋਏਗੀ, ਆਪਾਂ ਕਿਸ ਤਰ੍ਹਾਂ ਇਲੈਕਟ੍ਰੋਨਸ ਨੂੰ ਲਿਖ ਸਕਦੇ ਹੈਗੇ ਆ। ਇਲੈਕਟ੍ਰੋਨਸ ਨੂੰ ਆਪਾਂ ਲਿਖਾਂਗੇ 2 ਤੇ 4 ਦੇ ਅਰੇਂਜਮੈਂਟ 'ਚ। ਪਹਿਲਾ ਜਿਹੜਾ ਇਲੈਕਟ੍ਰੋਨ ਹੈਗਾ ਆ ਉਹ ਕੇ ਸ਼ੈਲ 'ਚ ਜਾਏਗਾ, ਨੈਕਸਟ ਇਲੈਕਟ੍ਰੋਨ ਜਿਹੜਾ ਹੈਗਾ ਹੈ ਉਹ ਐਲ ਸ਼ੈਲ 'ਚ ਜਾਏਗਾ ਤੇ ਉਸ ਤੋਂ ਅਗਲਾ ਜਿਹੜਾ ਇਲੈਕਟ੍ਰੋਨ ਹੈਗਾ ਵੇ ਉਹਨੇ ਜਾਣਾ ਹੈਗਾ ਹੈ ਐਮ ਸ਼ੈਲ ਦੇ ਵਿੱਚ। ਪਰ ਆਪਾਂ ਦੇਖਦੇ ਪਏ ਆ ਕਿ ਇੱਥੇ 2 ਇਲੈਕਟ੍ਰੋਨ ਪਹਿਲੀ ਸ਼ੈਲ 'ਚ ਆ ਗਏ ਨੇ, 4 ਇਲੈਕਟ੍ਰੋਨ ਜਿਹੜੇ ਨੇ ਉਹ ਐਲ ਸ਼ੈਲ 'ਚ ਗਏ ਹੋਏ ਨੇ। ਇਹਦਾ ਮਤਲਬ ਇਹ ਹੁਣ ਇਹ ਅਗਰ ਮੰਨ ਲਓ ਕਿ 8 ਇਲੈਕਟ੍ਰੋਨਸ ਹੋ ਜਾਂਦੇ, 8 ਤੋਂ ਵੱਧ ਇਲੈਕਟ੍ਰੋਨ ਹੁੰਦਾ, ਫਿਰ ਆਪਾਂ ਉਹਨੂੰ ਐਮ ਸ਼ੈਲ 'ਚ ਲੈ ਕੇ ਆਉਂਦੇ। ਨਿਓਨ ਤੱਕ 2 ਸ਼ੈਲਸ ਹੀ ਫਿਲ ਹੁੰਦੀਆਂ ਨੇ। ਫਿਰ ਸੋਡੀਅਮ ਦੇ ਕੇਸ ਦੇ ਵਿੱਚ ਆਪਾਂ 1 ਇਲੈਕਟ੍ਰੋਨ ਜਿਹੜਾ ਹੈਗਾ ਆ ਉਹ ਆਪਾਂ ਐਮ ਸ਼ੈਲ ਦੇ ਵਿੱਚ ਭੇਜ ਦਿੰਦੇ ਆ। ਠੀਕ ਹੈ ਬੇਟਾ। ਤੇ ਹੁਣ ਆਪਾਂ ਦੇਖਦੇ ਪਏ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੈਗੀ ਹੈ, 2 ਤੇ 4। 2 4 ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ। ਤੇ ਜਦੋਂ ਡਾਇਗਰਾਮ ਕਿੰਨਾ ਸਿੰਪਲ ਹੈ ਡਰਾ ਕਰਨਾ, ਸੈਂਟਰ ਦੇ ਵਿੱਚ ਆਪਾਂ ਨਿਊਕਲੀਅਸ ਬਣਾ ਦੇਣਾ ਹੈ। ਇੱਥੇ 2 ਇਲੈਕਟ੍ਰੋਨਸ ਪਹਿਲੀ ਸ਼ੈਲ 'ਚ, ਬਾਹਰ ਵਾਲੀ ਸ਼ੈਲ ਦੇ ਵਿੱਚ ਆਪਾਂ ਕਿੰਨੇ ਇਲੈਕਟ੍ਰੋਨਸ ਬਣਾਉਣੇ ਨੇ, 4 ਇਲੈਕਟ੍ਰੋਨਸ ਬਣਾ ਦੇਣੇ ਨੇ। ਹੁਣ ਆਪਾਂ ਫਾਈਂਡ ਆਊਟ ਕਰਦੇ ਹਾਂ ਕਿ ਇਸ ਵਿੱਚ ਕਿੰਨੇ ਨੰਬਰ ਆਫ ਪ੍ਰੋਟੋਨਸ, ਨੰਬਰ ਆਫ ਇਲੈਕਟ੍ਰੋਨਸ ਤੇ ਨੰਬਰ ਆਫ ਨਿਊਟਰੋਨਸ ਹੈਗੇ ਨੇ। ਬੇਟਾ ਜਿੰਨਾ ਕਿਸੇ ਦਾ ਜਿੰਨਾ ਇਹਦਾ ਐਟੋਮਿਕ ਨੰਬਰ ਹੋਏਗਾ, ਜਿੰਨਾ ਐਟੋਮਿਕ ਨੰਬਰ ਹੋਏਗਾ ਉਨੇ ਹੀ ਨੰਬਰ ਆਫ ਪ੍ਰੋਟੋਨਸ ਹੁੰਦੇ ਨੇ ਤੇ ਉਨੇ ਹੀ ਨੰਬਰ ਆਫ ਇਲੈਕਟ੍ਰੋਨਸ ਹੁੰਦੇ ਨੇ। ਹੁਣ ਆਪਾਂ ਨੂੰ ਪਤਾ ਹੈਗਾ ਹੈ ਕਿ ਇਹ ਐਟੋਮਿਕ ਨੰਬਰ ਇਹਦਾ ਕਿੰਨਾ ਹੈਗਾ ਆ, 6 ਹੈਗਾ ਹੈ ਤੇ ਉਨੇ ਹੀ ਇਹਦੇ ਨੰਬਰ ਆਫ ਪ੍ਰੋਟੋਨਸ ਕਿੰਨੇ ਹੋ ਗਏ, 6 ਤੇ ਨੰਬਰ ਆਫ ਇਲੈਕਟ੍ਰੋਨਸ ਵੀ ਕਿੰਨੇ ਹੋ ਗਏ, 6। ਹੁਣ ਆਪਾਂ ਕੀ ਫਾਈਂਡ ਆਊਟ ਕਰਨਾ ਹੈਗਾ ਹੈ, ਨੰਬਰ ਆਫ ਨਿਊਟਰੋਨਸ। ਤੇ ਨੰਬਰ ਆਫ ਨਿਊਟਰੋਨਸ ਫਾਈਂਡ ਆਊਟ ਕਰਨ ਵਾਸਤੇ ਅਸੀਂ ਕੀ ਕਰਨਾ ਹੈ, ਇੱਕ ਫਾਰਮੂਲਾ ਲਗਾਉਣਾ ਹੈਗਾ ਹੈ ਕਿ ਐਟੋਮਿਕ ਮਾਸ ਮਾਈਨਸ ਨੰਬਰ ਆਫ ਪ੍ਰੋਟੋਨਸ। ਹੁਣ ਐਟੋਮਿਕ ਮਾਸ ਕਿੰਨਾ ਨਿਕਾਲਿਆ ਹੈਗਾ ਕਾਰਬਨ ਦਾ, 12 ਮਾਈਨਸ ਨੰਬਰ ਆਫ ਪ੍ਰੋਟੋਨਸ ਕਿੰਨੇ ਹੈਗੇ ਨੇ, 6। ਤੇ ਆਪਣੇ ਕੋਲ ਕਿੰਨਾ ਆ ਗਿਆ, 12 ਮਾਈਨਸ 6 ਕਿੰਨੇ ਹੁੰਦੇ ਨੇ, 6। ਇਟ ਮੀਨਸ ਕਿ ਜਿੰਨਾ ਐਟੋਮਿਕ ਨੰਬਰ ਹੈਗਾ ਆ ਉਨੇ ਹੀ ਨੰਬਰ ਆਫ ਪ੍ਰੋਟੋਨਸ ਨੇ, ਉਨੇ ਹੀ ਨੰਬਰ ਆਫ ਇਲੈਕਟ੍ਰੋਨਸ ਨੇ ਤੇ ਨਿਊਟਰੋਨਸ ਵੀ ਕਿੰਨੇ ਆ ਗਏ ਨੇ ਆਪਣੇ ਕੋਲ, ਉਨੇ ਹੀ ਆ ਗਏ ਨੇ, 6 ਹੀ ਆ ਗਏ ਨੇ। ਮੀਨਸ ਤੁਸੀਂ ਈਜ਼ਲੀ ਲਰਨ ਕਰ ਸਕਦੇ ਜੇ ਕਿ ਕਾਰਬਨ ਦੇ ਨੰਬਰ ਆਫ ਪ੍ਰੋਟੋਨਸ, ਨੰਬਰ ਆਫ ਇਲੈਕਟ੍ਰੋਨਸ ਤੇ ਨੰਬਰ ਆਫ ਨਿਊਟਰੋਨਸ ਸੇਮ ਨੇ।
पर सारे केसेस ਦੇ ਵਿੱਚ ਸੇਮ ਨਹੀਂ ਹੁੰਦੇ ਤੇ ਆਪਾਂ ਸਿਰਫ ਅਜੇ ਕਾਰਬਨ ਦੀ ਹੀ ਗੱਲ ਕਰ ਰਹੇ ਹਾਂ। ਠੀਕ ਹੈ ਬੇਟਾ। ਹੁਣ ਕਾਰਬਨ ਆਪਾਂ ਨੂੰ ਕਾਰਬਨ ਕਿੱਥੇ ਪਾਇਆ ਜਾਂਦਾ ਹੈ ਜੇ ਆਪਾਂ ਆਪਣੇ ਡੇਲੀ ਲਾਈਫ ਦੇ ਵਿੱਚ ਦੇਖੀਏ ਤੇ ਬੇਟਾ ਜੋ ਆਪਣੀ ਬੋਡੀ ਹੈ ਪੂਰੀ ਹਿਊਮਨ ਬੋਡੀ ਹੈ ਨਾ, ਹਿਊਮਨ ਬੋਡੀ ਦਾ 18% ਜਿਹੜਾ ਹਿੱਸਾ ਹੈ ਉਹ ਪੂਰਾ ਦਾ ਪੂਰਾ ਕਾਰਬਨ ਦਾ ਹੀ ਬਣਿਆ ਹੋਇਆ ਹੈ। ਮੀਨਸ ਆਪਣੀ ਬੋਡੀ ਕਾਰਬਨ ਦੀ ਬਣੀ ਹੋਈ ਹੈ। ਕਾਰਬਨ ਹੈ, ਹਾਈਡਰੋਜਨ ਹੈ, ਆਕਸੀਜਨ ਹੈ, ਜਿੰਨੇ ਵੀ ਪਲਾਂਟਸ ਹੈਗੇ ਨੇ ਉਹ ਸਾਰੇ ਕਾਰਬਨ ਦੇ ਬਣੇ ਹੋਏ ਨੇ। ਜਦੋਂ ਕਿਸੇ ਤੁਸੀਂ ਪਲਾਂਟ ਨੂੰ ਲੱਕੜੀ ਨੂੰ ਜਲਾਉਂਦੇ ਆ, ਜਲਾ ਕੇ ਉਹ ਕੀ ਬਣ ਜਾਂਦਾ ਹੈ? ਕੋਇਲਾ ਬਣ ਜਾਂਦਾ ਹੈ। ਉਹ ਕਿਹੜੀ ਫਾਰਮ ਹੈਗੀ ਹੈ? ਕਾਰਬਨ ਦੀ ਹੀ ਫਾਰਮ ਹੈ। ਹਿਊਮਨ ਬੋਡੀ ਚੱਲੇਗੀ ਤੇ ਕੀ ਬਣਦੀ ਏ? ਸਵਾਹ ਬਣ ਜਾਂਦੀ ਏ, ਰਾਖ ਬਣ ਜਾਂਦੀ, ਉਹ ਵੀ ਕਾਰਬਨ ਦੀ ਹੀ ਫਾਰਮ ਹੈ। ਕਾਰਬਨ ਦੀਆਂ ਹੋਰ ਵੀ ਫਾਰਮਸ ਕਿਹੜੀਆਂ ਹੈਗੀਆਂ ਨੇ ਕਿ ਜਿਵੇਂ ਹੀਰਾ ਹੈ ਨਾ, ਹੀਰਾ ਚਮਕਦਾਰ ਹੈ, ਤੁਹਾਨੂੰ ਸੋਹਣਾ ਵੀ ਲੱਗਦਾ ਆ ਹੀਰਾ, ਤੇ ਇਹ ਵੀ ਕਾਰਬਨ ਦੀ ਫਾਰਮ ਹੈ। ਤੇ ਗ੍ਰੈਫਾਈਟ ਹੈ, ਉਹ ਵੀ ਕਾਰਬਨ ਦੀ ਫਾਰਮ ਹੈ, ਪਰ ਗ੍ਰੈਫਾਈਟ ਚਮਕਦਾਰ ਨਹੀਂ ਹੁੰਦਾ, ਕਾਲੇ ਰੰਗ ਦਾ ਹੁੰਦਾ ਏ। ਠੀਕ ਹੈ ਬੇਟਾ। ਤੇ ਇਹ ਕੁਝ ਕਾਰਬਨ ਦੀਆਂ ਫਾਰਮਸ ਨੇ। ਜੋ ਤੁਸੀਂ ਚੀਨੀ ਖਾ ਰਹੇ ਆ ਘਰ ਦੇ ਵਿੱਚ, ਉਹਦਾ ਕੀ ਫਾਰਮੂਲਾ ਹੈਗਾ ਹੈ? C6H12O6। ਇਹ ਤੁਸੀਂ ਖਾਂਦੇ ਪਏ ਆ। ਹੁਣ ਇਹਦੇ ਵਿੱਚ ਵੀ ਦੇਖੋ ਬੇਟਾ ਕਾਰਬਨ ਹੈਗੀ ਹੈ, ਕਾਰਬਨ ਵੀ ਹੈ, ਹਾਈਡਰੋਜਨ ਵੀ ਹੈ, ਆਕਸੀਜਨ ਵੀ ਹੈ। ਮੀਨਸ ਆਪਾਂ ਕਾਰਬਨ ਦੇ ਵਿੱਚ ਹੀ ਜਿੰਨੇ ਵੀ ਆਪਣੇ ਕੋਲ ਇੰਨੇ ਸਾਰੇ ਕੰਪਾਊਂਡਸ ਨੇ ਕਾਰਬਨ ਦੇ, ਜਿੰਨੇ ਤੁਸੀਂ ਐਸਿਡ ਦੇਖਦੇ ਪਏ, ਐਸਿਟਿਕ ਐਸਿਡ ਹੈਗਾ ਆ, ਹੈ ਨਾ ਬੇਟਾ, ਉਹਦੇ ਵਿੱਚ ਵੀ ਕਾਰਬਨ ਹੈ। ਜੋ ਤੁਸੀਂ ਸਿਰਕਾ ਖਾਂਦੇ ਆ ਉਹਨੂੰ ਆਪਾਂ ਐਸਿਟਿਕ ਐਸਿਡ ਕਹਿੰਦੇ ਆ, ਉਹਦੇ ਵਿੱਚ ਵੀ ਕਾਰਬਨ ਹੈ। ਕਾਰਬਨ ਦੀਆਂ ਬਹੁਤ ਸਾਰੀਆਂ ਫਾਰਮਸ ਹੈਗੀਆਂ ਨੇ। ਹੁਣ ਪੇੜ ਜਿਹੜੇ ਹੈਗੇ ਨੇ ਕਾਰਬਨ ਡਾਈਆਕਸਾਈਡ ਲੈਂਦੇ ਨੇ। ਕਾਰਬਨ ਡਾਈਆਕਸਾਈਡ ਦਾ ਕੀ ਫਾਰਮੂਲਾ ਹੈ? CO2। ਕਾਰਬਨ ਡਾਈਆਕਸਾਈਡ ਲੈਂਦੇ ਨੇ ਤੇ ਆਪਾਂ ਨੂੰ ਕੀ ਵਾਪਸ ਕਰ ਦਿੰਦੇ ਨੇ? ਕਿ ਫੂਡ ਆਪਣਾ ਕਿਹੜੀ ਫਾਰਮ 'ਚ ਬਣਾਉਂਦੇ ਨੇ? C6H12O6। ਠੀਕ ਹੈ ਬੇਟਾ। ਤੇ ਇੱਥੇ ਜਿਹੜਾ ਕਾਰਬਨ ਹੈਗਾ ਏ, ਇਹੀ ਕਾਰਬਨ ਕਨਵਰਟ ਕਿਹਦੇ 'ਚ ਹੁੰਦਾ ਪਿਆ ਆ? ਇਸ ਗਲੂਕੋਜ਼ ਦੇ ਵਿੱਚ ਉਹ ਕਨਵਰਟ ਹੁੰਦਾ ਪਿਆ ਏ। ਹੁਣ ਆਪਾਂ ਦੇਖਦੇ ਹੈਗੇ ਆ ਕਿ ਕਿਉਂ ਕਾਰਬਨ ਦੇ ਹੀ ਆਪਾਂ ਨੂੰ ਇੰਨੇ ਸਾਰੇ ਕੰਪਾਊਂਡਸ ਕਿਉਂ ਦਿਖਦੇ ਪਏ ਹੈਗੇ ਨੇ ਆਪਣੇ ਵਾਤਾਵਰਣ ਦੇ ਵਿੱਚ। ਬਾਕੀ ਸਾਰੇ ਕੰਪਾਊਂਡਸ ਦੇ ਜਿਹੜੇ ਬਾਕੀ ਸਾਰੇ ਜਿੰਨੇ ਵੀ ਹੈਗੇ ਨੇ ਐਲੀਮੈਂਟਸ, ਉਹਨਾਂ ਦੇ ਇੰਨੇ ਜ਼ਿਆਦਾ ਨਹੀਂ ਹੈਗੇ ਨੇ। ਤੇ ਸਭ ਤੋਂ ਪਹਿਲਾਂ ਇਹਦੇ 'ਚ ਜਿਹੜਾ ਪੁਆਇੰਟ ਹੈਗਾ ਆ ਉਹ ਹੈਗਾ ਆ ਲੜੀ ਬੰਧਨ। ਲੜੀ ਬੰਧਨ, ਇਹਨੂੰ ਆਪਾਂ ਕੀ ਕਹਿੰਦੇ ਹੈਗੇ ਆ? ਕੈਟੀਨੇਸ਼ਨ। ਕੈਟੀਨੇਸ਼ਨ ਦਾ ਮਤਲਬ ਹੈ ਕਿ ਕਾਰਬਨ ਦੇ ਕੋਲ ਇੱਕ ਇਹੋ ਜਿਹੀ ਪ੍ਰੋਪਰਟੀ ਹੈਗੀ ਹੈ ਕਿ ਉਹ ਕਿੰਨੇ ਹੀ ਸਾਰੇ ਕਾਰਬਨ ਦੇ ਨਾਲ ਮਿਲ ਕੇ ਬੌਂਡ ਬਣਾ ਸਕਦਾ ਹੈ। ਮਤਲਬ ਕਿ ਇਸ ਤਰ੍ਹਾਂ ਲੰਬੀਆਂ ਇਹਦੀਆਂ ਚੇਨਸ ਵੀ ਬਣ ਜਾਣਗੀਆਂ। ਠੀਕ ਹੈ, ਬਹੁਤ ਹੀ ਲੌਂਗ ਚੇਨਸ, ਲੰਬੀਆਂ ਚੇਨਸ ਦੇ ਵਿੱਚ ਵੀ ਬਣ ਸਕਦਾ ਹੈ ਕਾਰਬਨ, ਹੈ ਨਾ। ਉਸ ਤੋਂ ਬਾਅਦ ਆ ਜਿਹੜੀ ਕਾਰਬਨ ਦੀ ਪ੍ਰੋਪਰਟੀ ਹੈਗੀ ਹੈ ਕਿ ਇਹ ਰਿੰਗਸ ਵੀ ਬਣਾ ਸਕਦਾ ਹੈ। ਇਸ ਤਰ੍ਹਾਂ ਰਿੰਗਸ ਵੀ ਬਣਾ ਸਕਦਾ ਹੈਗਾ ਕਾਰਬਨ। ਹੋਰ ਕਾਰਬਨ ਬ੍ਰਾਂਚ ਸਟਰਕਚਰ ਵੀ ਬਣਾ ਸਕਦਾ ਹੈ, ਇਸ ਤਰ੍ਹਾਂ ਬ੍ਰਾਂਚਸ ਵੀ ਬਣਾ ਸਕਦਾ ਹੈ। ਤੇ ਇਹਨਾਂ ਦੇ ਕਰਕੇ ਇਹ ਪੁਆਇੰਟ ਹੈਗਾ ਕਿ ਲੜੀ ਬੰਧਨ ਦਾ ਮਤਲਬ ਹੈ ਕਿ ਕਾਰਬਨ ਦੇ ਕੋਲ ਇੱਕ ਇਹੋ ਜਿਹੀ ਪ੍ਰੋਪਰਟੀ ਹੈਗੀ ਹੈ ਕਿ ਇਹ ਕਿੰਨੇ ਹੀ ਲੰਮੀਆਂ ਚੇਨਸ, ਰਿੰਗ ਸਟਰਕਚਰ, ਬ੍ਰਾਂਚ ਸਟਰਕਚਰ, ਇਸ ਤਰ੍ਹਾਂ ਦੇ ਸਟਰਕਚਰ ਬਣਾ ਸਕਦਾ ਹੈ। ਇਸ ਕਰਕੇ ਕਾਰਬਨ ਦੇ ਹੀ ਆਪਾਂ ਨੂੰ ਜ਼ਿਆਦਾਤਰ ਆਪਣੇ ਆਲੇ ਦੁਆਲੇ ਕਾਰਬਨ ਦੇ ਹੀ ਕੰਪਾਊਂਡਸ ਜ਼ਿਆਦਾ ਨਜ਼ਰ ਆਉਂਦੇ ਨੇ। ਦੂਸਰਾ ਇਹਦੇ ਅੰਦਰ ਹੈਗੀ ਹੈ ਕਿ ਇਹਦੇ ਕੋਲ ਸਹਿਸੰਯੋਜੀ ਬੰਧਨ। ਕਿੰਨਾ ਇਹਦਾ ਸਹਿਸੰਯੋਜੀ ਬੰਧਨ? 4। ਮਤਲਬ ਕਿ ਇਹਦੀ ਹੈਗੀ ਹੈ ਟੈਟਰਾਵੈਲੈਂਸੀ। ਟੈਟਰਾਵੈਲੈਂਸੀ ਦੇ ਕਰਕੇ ਵੀ ਇਹਦੇ ਆਪਾਂ ਕਿੰਨੇ ਸਾਰੇ ਹੀ ਕੰਪਾਊਂਡਸ ਦੇਖਦੇ ਹਾਂ। ਇਹ 4 ਇਹਦੇ ਕੋਲ, ਹੁਣ ਤੁਸੀਂ ਆਪਾਂ ਇਸ ਤੋਂ ਪਹਿਲਾਂ ਦੇਖਿਆ ਸੀ ਕਿ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਿੰਨੀ ਹੈ? 2 4 ਹੈ। ਇਹ 4 ਇਲੈਕਟ੍ਰੋਨ ਨਾ ਤੇ ਆਪਣੇ ਦੇ ਸਕਦਾ ਏ, ਪੂਰੇ ਦੇ ਨਹੀਂ ਸਕਦਾ, ਤੇ ਨਾ ਹੀ ਤੇ 4 ਲੈ ਸਕਦਾ ਹੈ, ਕਿਉਂਕਿ ਇਹ ਇਸ ਤਰ੍ਹਾਂ ਕਰਨਾ ਹੈ એનર્ਜੀ ਰੂਲਸ ਦੇ ਅਗੇਂਸਟ ਆ। ਇਹਨੂੰ ਬਹੁਤ ਜ਼ਿਆਦਾ એનર્ਜੀ ਚਾਹੀਦੀ ਹੋਏਗੀ ਇਸ ਤਰ੍ਹਾਂ ਕਰਨ ਵਾਸਤੇ। ਇਸ ਕਰਕੇ ਇਹ 4 ਇਲੈਕਟ੍ਰੋਨ ਨਾਲ ਕੀ ਕਰੇਗਾ? ਇਹ ਸ਼ੇਅਰਿੰਗ ਕਰੇਗਾ। ਠੀਕ ਹੈ ਬੇਟਾ। ਹੁਣ ਮੰਨ ਲਓ ਕਿ ਤੁਹਾਡੇ ਕੋਲ 2 ਪੈਨਸਿਲਸ ਹੈਗੀਆਂ ਨੇ,
ਤੁਹਾਡੇ ਫਰੈਂਡ ਕੋਲ ਇੱਕ ਵੀ ਨਹੀਂ ਹੈਗੀ, ਤੇ ਤੁਸੀਂ ਕੀ ਕਰੋਗੇ, ਇੱਕ ਪੈਨਸਲ ਉਹਨੂੰ ਦੇ ਦੋਗੇ, ਹੈ ਨਾ, ਆਪਣੇ ਫਰੈਂਡ ਨੂੰ ਦੇ ਦੋਗੇ। ਤੇ ਇੰਜ ਤੇ ਨਹੀਂ ਕਰੋਗੇ ਕਿ ਦੋਵੇਂ ਪੈਨਸਲਾਂ ਹੀ ਉਹਨੂੰ ਦੇ ਦੋਗੇ। ਜੇ ਤੁਸੀਂ ਦੋਨੋਂ ਪੈਨਸਲਸ ਆਪਣੇ ਫਰੈਂਡ ਨੂੰ ਦੇਤੀਆਂ, ਫਿਰ ਤੁਹਾਡੇ ਕੋਲ ਕੋਈ ਨਹੀਂ ਬਚੇਗੀ ਪੈਨਸਲ। ਠੀਕ ਹੈ ਬੇਟਾ। ਤੇ ਇਸੇ ਤਰ੍ਹਾਂ ਹੀ ਕਾਰਬਨ ਕੀ ਕਰਦਾ ਏ, ਆਪਾਂ ਕਾਰਬਨ ਦੇ ਆਊਟਰ ਮੋਸਟ ਸ਼ੈਲ ਦੇ ਇਲੈਕਟ੍ਰੋਨ ਇਹਦੇ ਸਰਾਊਂਡ ਦਿਖਾਉਣੇ ਨੇ। ਠੀਕ ਹੈ ਬੇਟਾ। ਇਹ ਕਾਰਬਨ ਇਸ ਤਰ੍ਹਾਂ ਕਾਰਬਨ ਲਿਖਣਾ ਹੈ। ਹੁਣ ਇਹ 4 ਇਲੈਕਟ੍ਰੋਨ ਨੇ, ਆਪਾਂ ਇਹਨੂੰ ਨਹੀਂ ਸ਼ੋ ਕਰਨਾ, 2 ਨੂੰ ਨਹੀਂ ਸ਼ੋ ਕਰਨਾ, ਆਪਾਂ 4 ਇਲੈਕਟ੍ਰੋਨਸ ਇਸ ਤਰ੍ਹਾਂ ਕਰਕੇ ਡਾਟ ਦੇ ਨਾਲ ਦਿਖਾ ਦਿੰਦੇ ਆ। ਹੁਣ ਇਹ ਕਾਰਬਨ ਜਿਹੜਾ ਹੈਗਾ ਕੀ ਕਰੇਗਾ, ਸ਼ੇਅਰਿੰਗ ਕਰੇਗਾ। ਸ਼ੇਅਰਿੰਗ ਵੀ ਇੱਕ ਇਹੋ ਜਿਹੇ ਐਟਮ ਦੇ ਨਾਲ ਕਰੇਗਾ ਜਿਹਦੇ ਕੋਲ 1 ਇਲੈਕਟ੍ਰੋਨ ਹੋਣ, ਆਊਟਰ ਮੋਸਟ ਸ਼ੈਲ ਦੇ ਵਿੱਚ 1 ਇਲੈਕਟ੍ਰੋਨ ਹੋਵੇ। ਹੁਣ 1 ਇਲੈਕਟ੍ਰੋਨ ਕਿਹਦੇ ਕੋਲ ਹੈਗੇ ਨੇ, ਹਾਈਡਰੋਜਨ ਕੋਲ ਵੀ ਹੈਗਾ ਹੈ। ਠੀਕ ਹੈ ਬੇਟਾ। ਆਪਾਂ ਹਜੇ ਸਿੰਪਲ ਹਾਈਡਰੋਜਨ ਦੇ ਨਾਲ ਕਰਦੇ ਹਾਂ, ਵੈਸੇ ਕਲੋਰੀਨ ਕੋਲ ਵੀ ਹੈਗਾ 1 ਇਲੈਕਟ੍ਰੋਨ ਆਊਟਰ ਮੋਸਟ ਸ਼ੈਲ ਦੇ ਵਿੱਚ। ਆਪਾਂ ਹਜੇ ਸਿੰਪਲੀ ਹਾਈਡਰੋਜਨ ਦੇ ਨਾਲ ਬੌਂਡਿੰਗ ਕਰਦੇ ਹਾਂ। ਠੀਕ ਹੈ। ਹੁਣ ਇਹ ਜਿਹੜਾ ਹਾਈਡਰੋਜਨ ਦਾ ਇਲੈਕਟ੍ਰੋਨ ਹੈਗਾ ਇਹ ਕੀ ਕਰੇਗਾ, ਇਹ ਕਾਰਬਨ ਹਾਈਡਰੋਜਨ ਦੇ ਨਾਲ ਬੌਂਡ ਬਣਾਏਗਾ। ਆਪਾਂ ਹਾਈਡਰੋਜਨ ਦੀ ਬੌਂਡ ਨੂੰ ਆਪਾਂ ਕ੍ਰੋਸ ਦੇ ਨਾਲ ਸ਼ੋ ਕਰ ਦਿੰਦੇ ਹਾਂ ਇੱਥੇ। ਠੀਕ ਹੈ। ਹੁਣ ਇਹ ਦੇਖੋ, ਇਹ ਹਾਈਡਰੋਜਨ ਦੇ ਨਾਲ ਇਹਨਾਂ ਨੇ ਬੌਂਡਿੰਗ ਕਰ ਲਈ ਏ, ਮਤਲਬ ਕਿ ਕਾਰਬਨ ਨੂੰ ਦੇਣਾ ਵੀ ਨਹੀਂ ਪਿਆ। ਠੀਕ ਹੈ। ਤੇ ਪੂਰੀ ਤਰ੍ਹਾਂ ਕੋਈ ਇਲੈਕਟ੍ਰੋਨ ਲੈਣੇ ਵੀ ਨਹੀਂ ਪਏ ਆਪਣੇ ਕੋਲ, ਤੇ ਫਿਰ ਚਾਰਜ ਆ ਜਾਣਾ ਸੀ ਕਾਰਬਨ ਉੱਤੇ, ਹੈ ਨਾ। ਤੇ ਹੁਣ ਇੱਥੇ ਇਹਨੇ ਕਾਰਬਨ ਨੇ ਕੀ ਕੀਤਾ ਹੈਗਾ ਏ, 4 ਇਲੈਕਟ੍ਰੋਨਸ ਦੇ ਨਾਲ ਕੀ ਕਰ ਦਿੱਤੀ ਹੈਗੀ ਏ, ਸ਼ੇਅਰਿੰਗ ਕਰ ਦਿੱਤੀ ਹੈਗੀ ਏ। ਇਹ ਦੇਖੋ ਬੇਟਾ, ਇਸ ਤਰ੍ਹਾਂ ਕਰਕੇ ਤੁਸੀਂ ਇਹਨਾਂ ਇਲੈਕਟ੍ਰੋਨਸ ਨੂੰ ਸਰਕਲ ਕਰ ਦੇਣਾ ਹੈ। ਹਾਈਡਰੋਜਨ ਦੇ ਕੋਲ 2 ਇਲੈਕਟ੍ਰੋਨਸ ਆ ਗਏ ਨੇ। ਹੋਰ ਅਸ਼ਟਕ ਨਿਯਮ ਦੇ ਅਨੁਸਾਰ ਕਿ ਕਾਰਬਨ ਦੇ ਕੋਲ ਕਿੰਨੇ ਇਲੈਕਟ੍ਰੋਨਸ ਹੋਣੇ ਚਾਹੀਦੇ ਨੇ ਸਟੇਬਲ ਹੋਣ ਵਾਸਤੇ ਆਊਟਰ ਮੋਸਟ ਸ਼ੈਲ 'ਚ, 8। ਆਪਾਂ ਇੱਥੇ ਦੇਖਦੇ ਪਏ ਹਾਂ ਕਿ ਕਾਰਬਨ ਦੇ ਕੋਲ 8 ਇਲੈਕਟ੍ਰੋਨਸ ਕੰਪਲੀਟ ਹੋ ਗਏ ਨੇ। 1 2 3 4 5 6 7 8। ਹੁਣ ਹਾਈਡਰੋਜਨ ਦੇ ਕੋਲ ਕਿੰਨੇ ਇਲੈਕਟ੍ਰੋਨਸ ਹੋ ਗਏ ਨੇ, ਉਹਦੇ 2 ਇਲੈਕਟ੍ਰੋਨਸ, ਤੇ ਕਾਰਬਨ ਦੇ ਕੋਲ ਕਿੰਨੇ ਹੋ ਗਏ ਨੇ, 8 ਇਲੈਕਟ੍ਰੋਨਸ। ਤੇ ਇਹਨਾਂ 2 ਰੀਜ਼ਨਸ ਦੇ ਕਰਕੇ, 2 ਰੀਜ਼ਨਸ ਦੇ ਕਰਕੇ, ਇੱਕ ਲੜੀ ਬੰਧਨ, ਇੱਕ ਸਹਿ ਸੰਯੋਜੀ ਬੰਧਨ, 4 ਕੈਟੀਨੇਸ਼ਨ ਤੇ ਟੈਟਰਾਵੈਲੈਂਸੀ ਦੇ ਕਰਕੇ ਆਪਾਂ ਨੂੰ ਆਪਣੇ 4 ਸਫੇਰੇ ਕਾਰਬਨ ਦੇ ਹੀ ਕੰਪਾਊਂਡਸ ਨਜ਼ਰ ਆਉਂਦੇ ਨੇ। ਇਸ ਟੌਪਿਕ ਨੂੰ ਤੁਸੀਂ ਆਪਣੀ ਨੋਟਬੁੱਕ ਤੇ ਨੋਟ ਡਾਊਨ ਕਰ ਲਓ। ਥੈਂਕ ਯੂ।